जे जे तुम्हारे ध्यान को नित उठती आई हैं संत, अंत लहेंगे मुक्त फल पावहेंगे भगवंत। विसर नाही दातार अपना नाम देहो, गुणी गावा दिन रात नानक चाहोए हो, गुणी गावा दिन रात नानक चाहोए हो। ਧੰਨ ਹਨ ਉਹ ਗੁਰਸਿੱਖ ਸ਼ੁੱਧ ਆਤਮਾਵਾਂ ਜਿਨ੍ਹਾਂ ਦੇ ਅੰਦਰ ਇਹ ਚਾਅ ਹੁੰਦਾ ਹੈ ਕਿ ਅਸੀਂ ਗੁਣ ਗਾਉਂਦੇ ਰਹੀਏ, ਤੇ ਜੋ ਗੁਣ ਗਾ ਕੇ ਆਨੰਦ ਪ੍ਰਾਪਤ ਹੁੰਦਾ ਹੈ, ਜੋ ਸੋਝੀ ਆਉਂਦੀ ਹੈ, ਜੋ ਬਿਸਮਾਦ ਆਉਂਦਾ ਹੈ, ਉਸ ਬਾਰੇ ਉਹ ਹੋਰਨਾਂ ਵੀ ਸੰਗੀ ਸਾਥੀਆਂ ਦੇ ਨਾਲ ਵਿਚਾਰਨ ਕਰਦੇ ਹਨ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਵਲ ਜਾਈਏ। ਉਹਨਾਂ ਦੇ ਅੰਦਰ ਚਾਅ ਹੁੰਦਾ ਹੈ ਕਿਉਂਕਿ ਉਹਨਾਂ ਨੇ ਆਪਣੇ ਕਾਰਜ ਨੂੰ ਸਵਾਰਿਆ ਹੁੰਦਾ ਹੈ। ਕਾਰਜ ਸਵਾਰਨ ਵਾਸਤੇ ਹੀ ਅਸੀਂ ਇੱਥੇ ਆਏ, ਤੇ ਜਿਸ ਨੇ ਵੀ ਆਪਣਾ ਕਾਰਜ ਸਵਾਰ ਲਿਆ, ਫਿਰ ਉਸ ਦੇ ਅੰਦਰ ਦਇਆ ਹੁੰਦੀ ਹੈ। ਦਇਆ ਜਾਣੇ ਜੀ ਕੀ, ਉਹ ਜੀ ਦੇ ਉੱਪਰ ਦਇਆ ਕਰਦੇ ਆ। ਜੀ ਹੁੰਦੀ ਹੈ ਆਤਮਾ। ਕਿਛ ਪੁੰਨ ਦਾਨ ਕਰੇ, ਉਹ ਫਿਰ ਆਤਮਾ ਨੂੰ ਪੁੰਨ ਦਿੰਦੇ ਆ, ਭਾਵ ਕਿ ਸੁਗਿਆਨ ਦਿੰਦੇ ਆ। ਜੋ ਸੁਗਿਆਨ ਉਹਨਾਂ ਦੇ ਹਿਰਦੇ ਦੇ ਅੰਦਰ ਹੁੰਦਾ ਹੈ, ਉਹੀ ਦੂਸਰਿਆਂ ਨੂੰ ਦੱਸਦੇ। ਤੇ ਧਨ ਹੁੰਦੇ ਨੇ ਉਹ ਜੋ ਉਹਨਾਂ ਦੇ ਦਿੱਤੇ ਹੋਏ ਸੁਗਿਆਨ ਨੂੰ ਪ੍ਰਾਪਤ ਕਰਕੇ ਆਪ ਵੀ ਉਸੇ ਤਰ੍ਹਾਂ ਦੇ ਬਣ ਜਾਂਦੇ। ਤੇ ਕੁਝ ਆਤਮਾਵਾਂ ਇਹੋ ਜਿਹੀਆਂ ਹੁੰਦੀਆਂ ਹਨ ਜੋ ਉਸ ਸੁਗਿਆਨ ਦਾ ਵਿਰੋਧ ਵੀ ਕਰਦੀਆਂ ਹਨ, ਜਿਨ੍ਹਾਂ ਨੂੰ ਉਹ ਸੁਗਿਆਨ ਚੰਗਾ ਨਹੀਂ ਲੱਗਦਾ, ਉਹ ਵਿਰੋਧ ਵਿੱਚ ਖੜ ਜਾਂਦੀਆਂ ਹਨ। ਸੋ ਇਸੇ ਤਰ੍ਹਾਂ ਹੀ ਇਹ ਜਿਹੜੀ ਸੰਸਾਰ ਦੀ ਰੀਤ ਹੈ ਚਲਦੀ ਰਹਿੰਦੀ ਹੈ।
ਉਸੇ ਰੀਤ ਨੂੰ ਤੋੜਨ ਵਾਸਤੇ ਗੁਰਮੁਖ ਆਉਂਦੇ ਰਹਿੰਦੇ, ਸੱਚ ਦੀ ਸੋਝੀ ਕਰਵਾਉਂਦੇ ਰਹਿੰਦੇ। ਭਾਵੇਂ ਉਹਨਾਂ ਵੱਲੋਂ ਦਿੱਤੀ ਹੋਈ ਸੋਝੀ ਨੂੰ ਕੋਈ ਲਵੇ ਕੋਈ ਨਾ ਲਵੇ, ਜੋ ਉਹਨਾਂ ਵੱਲੋਂ ਦਿੱਤੀ ਹੋਈ ਸੋਝੀ ਸੁਗਿਆਨ ਨੂੰ ਲੈ ਲੈਂਦਾ ਹੈ, ਉਹ ਸ਼ੁੱਧ ਹੋ ਜਾਂਦਾ ਹੈ। ਜਿਹੜਾ ਨਹੀਂ ਲੈਂਦਾ ਉਹ ਮੈਲਾ ਰਹਿ ਜਾਂਦਾ ਹੈ। ਕਿਸੇ ਨੂੰ ਸੱਚੇ ਦੀ ਦਰਗਾਹ ਵਿੱਚ ਬਖਸ਼ੀਸ਼ ਮਿਲਦੀ ਹੈ ਤੇ ਕਿਸੇ ਨੂੰ ਜਾ ਕੇ ਪਛਤਾਉਣਾ ਪੈਂਦਾ ਹੈ। ਰਾਮ ਸਿਮਰ ਪਛਤਾਹੇਗਾ ਮਨ, ਫਿਰ ਪਛਤਾਵਾ ਹੈ। ਸ੍ਰੀ ਕਬੀਰ ਸਾਹਿਬ ਗੌੜੀ ਰਾਗ ਦੇ ਅੰਦਰ ਹੇ ਮੇਰੇ ਮਨਾ ਇਹ ਸਮਝਾਉਂਦੇ, ਪਰ ਨਾਲ ਦੀ ਨਾਲ ਉਹ ਇਹ ਵੀ ਦੱਸਦੇ ਹਨ ਵੀ ਜਿਹੜਾ ਕਾਰਜ ਅਸੀਂ ਸਵਾਰਿਆ, ਜੋ ਸੁਗਿਆਨ ਅਸੀਂ ਲਿਆ, ਇਹ ਬੜਾ ਔਖਾ ਹੈ। ਔਖਾ ਤਾਂ ਹੈ ਕਿਉਂਕਿ ਸੰਸਾਰ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ, ਪਰ ਸੰਸਾਰ ਦੇ ਅੰਦਰ ਰਹਿੰਦੇ ਹੀ ਉਹ ਵਸਤੂ ਪ੍ਰਾਪਤ ਕਰਨੀ ਹੈ ਜਿਹੜੀ ਸੰਸਾਰ ਤੋਂ ਪਰੇ ਹੈ। ਇਸੇ ਕਰਕੇ ਮੁਸ਼ਕਲ ਹੈ। ਉਸ ਵਸਤੂ ਬਾਰੇ ਸਮਝਾਇਆ ਹੀ ਜਾ ਸਕਦਾ, ਤੱਤ ਬਾਰੇ ਗਿਆਨ ਦਿੱਤਾ ਹੀ ਜਾ ਸਕਦਾ, ਤੱਤ ਨਹੀਂ ਕਿਸੇ ਨੂੰ ਦਿੱਤਾ ਜਾਂਦਾ, ਸਿਰਫ ਤੱਤ ਦਾ ਗਿਆਨ ਦਿੱਤਾ ਜਾਂਦਾ। ਤੇ ਜੋ ਉਹ ਗਿਆਨ ਲੈ ਲੈਂਦਾ, ਕਿਉਂਕਿ ਤੱਤ ਤਾਂ ਉਹਦੇ ਅੰਦਰ ਵੀ ਹੈਗਾ ਹੀ ਹੈ, ਉਹ ਉਸ ਗਿਆਨ ਦੇ ਨਾਲ ਆਪਣੇ ਹਿਰਦੇ 'ਚ ਪਏ ਤੱਤ ਨੂੰ ਪ੍ਰਗਟ ਕਰ ਲੈਂਦਾ ਹੈ ਤੇ ਪ੍ਰਗਟ ਕਰਕੇ ਉਹ ਵੀ ਫਿਰ ਗਿਆਨ ਦੇਣ ਦੇ ਯੋਗ ਹੋ ਜਾਂਦਾ ਹੈ। ਪਰ ਜਿਹੜੇ ਮਾਇਆ ਦੇ ਵਿੱਚ ਇੰਨੇ ਜ਼ਿਆਦਾ ਜੁੜ ਜਾਂਦੇ ਆ, ਉਹ ਮਾਇਆ ਦਾ ਹੀ ਗਿਆਨ ਲੈਣ ਲੱਗ ਜਾਂਦੇ ਆ, ਮਾਇਆ ਨੂੰ ਹੀ ਸਦ ਜੀਵਨ ਮੰਨ ਕੇ ਚੱਲਦੇ ਆ, ਮਾਇਆ ਦੇ ਵਿੱਚ ਹੀ ਪਸਾਰਾ ਵਧਾਉਂਦੇ ਆ। ਉਹਨਾਂ ਲਈ ਫਿਰ ਇਹ ਗੱਲਾਂ ਤਕਲੀਫਦਾਇਕ ਹੋ ਜਾਂਦੀਆਂ ਨੇ। ਜਿਵੇਂ ਗੁਰਮੁਖਾਂ ਨੂੰ ਝੂਠ ਤਕਲੀਫਦਾਇਕ ਹੈ ਤੇ ਮਨਮੁਖਾਂ ਨੂੰ ਸੱਚ ਤਕਲੀਫਦਾਇਕ ਹੈ। ਇਸੇ ਕਰਕੇ ਗੁਰਬਾਣੀ ਆਖਦੀ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਨਹੀਂ ਬਣਦੀ। ਤੇ ਜੇ ਕੋਈ ਸੰਸਾਰੀ ਭਗਤ ਦੀ ਗੱਲ ਮੰਨ ਲੈਂਦਾ, ਉਹ ਸੰਸਾਰੀ ਨਹੀਂ ਰਹਿੰਦਾ, ਭਗਤ ਹੀ ਬਣ ਜਾਂਦਾ ਹੈ। ਤੇ ਜਿਹੜਾ ਭਗਤ ਦੀ ਗੱਲ ਨਹੀਂ ਮੰਨਦਾ, ਅੱਜ ਗੁਰਬਾਣੀ ਦੀ ਗੱਲ ਨਹੀਂ ਮੰਨਦਾ, ਉਹ ਸੰਸਾਰੀ ਹੈ। ਭਾਵੇਂ ਉਹ ਗੁਰਬਾਣੀ ਜਿੰਨੀ ਮਰਜ਼ੀ ਪੜ੍ਹਦਾ ਹੋਵੇ, ਗੁਰਬਾਣੀ ਤੇ ਜਿੰਨਾ ਮਰਜ਼ੀ ਭਰੋਸਾ ਕਰਦਾ ਹੋਵੇ, ਉਹ ਨਿਰਾਕਾਰੀ ਨਹੀਂ, ਉਹ ਸੰਸਾਰੀ ਹੀ ਰਹੂਗਾ। ਨਿਰਾਕਾਰੀ ਉਹ ਹੁੰਦਾ ਜਿਹੜਾ ਗੁਰਬਾਣੀ ਦੀ ਗੱਲ ਮੰਨਦਾ ਹੈ, ਗੁਰਬਾਣੀ ਅਨੁਸਾਰ ਚੱਲਦਾ ਹੈ, ਗੁਰਬਾਣੀ ਦੇ ਕਹੇ ਹੋਏ ਵਚਨਾਂ ਨੂੰ ਕਮਾਉਂਦਾ ਹੈ, ਜਿਹਨੇ ਆਪਣੀ ਆਤਮਾ ਤੇ ਪ੍ਰਾਤਮਾ ਨੂੰ ਇੱਕ ਕੀਤਾ ਹੋਇਆ ਹੈ। ਉਹਦੇ ਅੰਦਰ ਦੁਵਿਧਾ ਨਹੀਂ ਹੁੰਦੀ, ਸ਼ੰਕਾ ਨਹੀਂ ਹੁੰਦੀ, ਦਵੈਸ਼ ਨਹੀਂ ਹੁੰਦੀ, ਈਰਖਾ ਨਹੀਂ ਹੁੰਦੀ। ਆਤਮਾ ਪ੍ਰਾਤਮਾ ਇੱਕੋ ਕਰੈ, ਏਕਾ ਹੋ ਜਾਂਦਾ ਜਿਨ੍ਹਾਂ ਦਾ। ਅੰਤਰ ਕੀ ਦੁਵਿਧਾ ਅੰਤਰ ਬਰੈ, ਉਹਨਾਂ ਦੇ ਅੰਦਰੋਂ ਦੁਵਿਧਾ ਖਤਮ ਹੋ ਜਾਂਦੀ ਹੈ, ਦੋ ਵਿਧਾ ਨਹੀਂ ਹੁੰਦੀਆਂ, ਇੱਕੋ ਹੀ ਫੈਸਲਾ ਹੁੰਦਾ ਹੈ, ਕਿਉਂਕਿ ਇੱਕੋ ਆਪ ਹੀ ਨੇ ਆਪਣੇ ਆਪੇ ਨੂੰ ਜਾਣ ਲਿਆ।
ਇੱਕ ਹੋ ਕੇ ਹੀ ਤਾਂ ਸਾਰੀ ਗੱਲ ਸਮਝ ਆਉਂਦੀ ਹੈ। ਜਿੰਨਾ ਚਿਰ ਇੱਕ ਨਹੀਂ ਹੁੰਦਾ ਉਨਾ ਚਿਰ ਸਮਝ ਕੁਛ ਨਹੀਂ ਆਉਂਦਾ। ਗੁਰਬਾਣੀ ਸਾਨੂੰ ਇੱਕ ਕਰਦੀ ਹੈ, ਆਤਮਾ ਨੂੰ ਪ੍ਰਾਤਮਾ ਦੀ ਸੰਗਤ ਵਿੱਚ ਲਿਜਾਂਦੀ ਹੈ, ਜੋੜਦੀ ਹੈ, ਆਤਮਾ ਨੂੰ ਸਮਝਾਉਂਦੀ ਹੈ ਕਿ ਤੂੰ ਪ੍ਰਾਤਮਾ ਕੋਲ ਜਾ। ਜਦੋਂ ਆਤਮਾ ਪ੍ਰਾਤਮਾ ਦੀ ਸੰਗਤ ਕਰਦੀ ਹੈ ਤਾਂ ਇਹ ਦੋਨੇ ਇੱਕੋ ਹੀ ਹੋ ਜਾਂਦੇ ਆ, ਦੋ ਨਹੀਂ ਰਹਿ ਜਾਂਦੇ। ਜਦੋਂ ਦੋਨੇ ਇੱਕ ਹੋ ਜਾਂਦੇ ਆ, ਇੱਕ ਹੋਣ ਤੋਂ ਬਾਅਦ ਇਹਨਾਂ ਦੇ ਹਿਰਦੇ ਚੋਂ, ਇਹਨਾਂ ਦੇ ਅੰਦਰੋਂ ਹੀ ਉਹ ਜਿਹੜਾ ਸ਼ਬਦ ਹੈ, ਨਾਮ ਹੈ, ਜਿਹੜਾ ਅੱਖਰਾਂ ਵਿੱਚ ਨਹੀਂ ਆਉਂਦਾ, ਕਿਸੇ ਦੀ ਪਕੜ 'ਚ ਨਹੀਂ ਆਉਂਦਾ, ਉਹ ਪ੍ਰਗਟ ਹੋ ਜਾਂਦਾ ਹੈ, ਉਹ ਫੁਰਦਾ ਹੈ। ਸੋਈ ਨਾਮ ਅਛਲ, ਉਹ ਅਛਲ ਹੈ। ਭਗਤਾ ਭਵ ਤਾਰਨ ਗੁਰ ਅਮਰਦਾਸ ਕੋ ਪੁਰਿਓ, ਉਹ ਹਿਰਦੇ ਚੋਂ ਫੁਰਦਾ ਹੈ। ਉਹ ਧੁਰ ਕੀ ਬਾਣੀ ਹੈ, ਉਸਦੇ ਨਾਲ ਕੋਈ ਵੀ ਚਿੰਤਾ ਨਹੀਂ ਰਹਿ ਜਾਂਦੀ, ਸ਼ੰਕਾ ਨਹੀਂ ਰਹਿ ਜਾਂਦੀ, ਭਰਮ ਨਹੀਂ ਰਹਿ ਜਾਂਦਾ, ਸ਼ੁੱਧ ਹਿਰਦਾ ਹੋ ਜਾਂਦਾ ਹੈ। ਪਰ ਹੁੰਦਾ ਉਦੋਂ ਹੈ ਜਦੋਂ ਇਹ ਇੱਕ ਹੋਵੇ, ਇੱਕ ਹੋਣ ਤੋਂ ਪਹਿਲਾਂ ਪਹਿਲਾਂ ਨਹੀਂ। ਇੱਕ ਹੋਣ ਵਾਸਤੇ ਸਾਡੇ ਕੋਲ ਗੁਰਬਾਣੀ ਹੈ, ਸਾਰੇ ਗੁਣ ਆ ਜਾਂਦੇ, ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਸੱਚ ਹੋ ਜਾਂਦਾ, ਨਾਮ ਹੁੰਦਾ ਇਹਨਾਂ ਦੇ ਕੋਲ, ਪੂਰਾ ਗਿਆਨ ਹੁੰਦਾ, ਪੂਰੀ ਸੋਝੀ ਹੁੰਦੀ, ਕਰਤਾ ਪੁਰਖ ਪੂਰਾ ਹਰੇਕ ਗੱਲ ਦੇ ਵਿੱਚ, ਕੋਈ ਕਮੀ ਨਹੀਂ ਰਹਿ ਜਾਂਦੀ। ਨਿਰਭਉ ਹੁੰਦੇ ਨੇ, ਕਿਸੇ ਕਿਸਮ ਦਾ ਭੈ ਨਹੀਂ, ਨਿਰਵੈਰ ਹੁੰਦੇ ਹੈ, ਕਿਸੇ ਨਾਲ ਵੈਰ ਕੋਈ ਨਹੀਂ। ਅਕਾਲ ਮੂਰਤ ਹੁੰਦੇ ਨੇ, ਕਾਲ ਦਾ ਕੋਈ ਅਸਰ ਨਹੀਂ ਹੈ, ਪਤਾ ਲੱਗ ਗਿਆ, ਮੂਰਤੀ ਆਪਣੇ ਆਪ ਨੂੰ ਜਾਣ ਲਿਆ, ਆਪਣਾ ਸੁੰਦਰ ਸਰੂਪ। ਅਜੂਨੀ ਹੋ ਜਾਂਦੇ ਹੈ, ਜੂਨ ਨਾਲ ਸੰਬੰਧ ਕੋਈ ਨਹੀਂ ਰਹਿ ਜਾਂਦਾ, ਜੀਵਤ ਮੁਕਤ ਹੋ ਜਾਂਦੇ। ਸਹਿ ਭੰਗ ਸਵੈਮ ਆਪਣੇ ਆਪ ਦੇ ਵਿੱਚ ਹੁੰਦੇ ਆ, ਭੰਗ ਤਾਂ ਕੋਈ ਨਹੀਂ ਹੈ, ਇੱਕ ਹੋ ਗਏ। ਪਹਿਲਾਂ ਭੰਗ ਹੈ, ਕਹੋ ਨਾਨਕ ਮਨ ਤਨ ਭੰਗ ਹੈ, ਪਹਿਲਾਂ ਮਨ ਤੇ ਤਨ ਭੰਗ ਹੈ। ਮਨ ਹੈ ਆਤਮਾ, ਤਨ ਹੈ ਪ੍ਰਾਤਮਾ। ਹੁਣ ਦੋਨੋਂ ਇੱਕ ਨੇ, ਕਿਉਂਕਿ ਗੁਰਪਰਸ ਆਦ ਹੈ, ਉਹ ਸੁਗਿਆਨ ਮਿਲ ਗਿਆ, ਉਸ ਸੁਗਿਆਨ ਨਾਲ ਪਰਸਿਆ ਆਪਣੇ ਆਦ ਸਰੂਪ ਨੂੰ, ਆਪਣੇ ਆਪੇ ਨੂੰ, ਜਿਹੜਾ ਸੱਚ ਹੈ। ਸੱਚ ਹੋ ਕੇ ਹੀ ਸੱਤ ਨੂੰ ਜਾਣੇ, ਹੁਕਮ ਚ ਆ ਕੇ ਹੀ ਹਾਕਮ ਨੂੰ ਜਾਣਿਆ ਜਾਂਦਾ ਹੈ, ਉਨਾ ਚਿਰ ਨਹੀਂ ਹੈ। ਉਨਾ ਚਿਰ ਇਹ ਤਾਂ ਗੱਲ ਹੁੰਦੀ ਹੈ ਵੀ ਸੁਣ ਵੱਡਾ ਆਖੇ ਸਭ ਕੋਈ, ਸੁਣ ਕੇ ਤਾਂ ਵੱਡਾ ਆਖਿਆ ਜਾਂਦਾ ਹੈ, ਪਰ ਕੇਵਡ ਵੱਡਾ ਕਿੰਨਾ ਕੁ ਵੱਡਾ ਡੀਠਾ ਹੋਏ ਤਾਂ ਹੁਣ ਵੇਖ ਕੀ ਜਾਣਿਆ ਜਾ ਸਕਦਾ। ਜਬ ਦੇਖਾਂ ਤਬ ਗਾਵਾਂ, ਜਿੰਨਾ ਚਿਰ ਦੇਖਿਆ ਨਹੀਂ ਜਾਂਦਾ ਉਨਾ ਚਿਰ ਗਾਇਆ ਵੀ ਨਹੀਂ ਜਾਂਦਾ। ਦੇਖਣਾ ਹੁੰਦਾ ਹੈ ਪੂਰੀ ਸੋਝੀ ਹੋਣੀ ਗੁਰਮਤਿ ਵਿੱਚ, ਉਹਨੂੰ ਦੇਖਣਾ ਜਿਹੜਾ ਮਾਇਆ ਤੋਂ ਪਰੇ ਹੈ। ਮਾਇਆ ਦਿਸਦੀ ਹੈ ਅੱਖਾਂ ਨਾਲ, ਉਹ ਦਿਸਦਾ ਨੇਤਰਾਂ ਨਾਲ। ਨੇਤਰੀ ਸਤਿਗੁਰ ਵੇਖਣਾ, ਜਿਹੜੀ ਜੋਤ ਅੱਖਾਂ ਰਾਹੀਂ ਸੰਸਾਰ ਨੂੰ ਦੇਖਦੀ ਹੈ,
ਉਹੀ ਜੋਤ ਫਿਰ ਆਪਣੇ ਆਪੇ ਨੂੰ ਦੇਖਣ ਲੱਗ ਜਾਂਦੀ ਹੈ। ਆਪਣੇ ਆਪੇ ਦਾ ਹੀ ਦਰਸ਼ਨ ਹੀ ਨਿਰਾਕਾਰੀ ਦਰਸ਼ਨ ਹੈ, ਕਿਸੇ ਦੂਜੇ ਦਾ ਦਰਸ਼ਨ ਗੁਰਮਤਿ ਚ ਨਹੀਂ ਹੈ, ਕਿਉਂਕਿ ਦੂਜੀ ਤਾਂ ਮਾਇਆ ਹੈ। ਜੀਵ ਨੇ ਆਪਣੇ ਆਪ ਦਾ ਹੀ ਦਰਸ਼ਨ ਕਰਨਾ, ਭਾਵ ਕਿ ਆਪਣੇ ਆਪ ਨੂੰ ਹੀ ਜਾਣਨਾ ਹੈ, ਆਪਣੇ ਆਪ ਦੀ ਹੀ ਸੋਝੀ ਲੈਣੀ। ਆਪ ਖੋਜ ਖੋਜ ਮਿਲੇ ਕਬੀਰਾ, ਆਪ ਖੋਜ ਬੰਦੇ ਖੋਜ ਦਿਲ ਹਰ ਰੋਜ਼, ਆਪ ਹੀ ਖੋਜਣਾ ਫਿਰ, ਨਾ ਫਿਰ ਪਰੇਸ਼ਾਨੀ ਮਾਹੇ ਕੋਈ ਪਰੇਸ਼ਾਨੀ ਨਹੀਂ ਹੁੰਦੀ। ਗੁਰਮਤਿ ਵਿੱਚ ਕਿਸੇ ਦੀ ਖੋਜ ਨਹੀਂ ਹੈ, ਕਿਸੇ ਦਾ ਦਰਸ਼ਨ ਨਹੀਂ ਹੈ, ਕਿਸੇ ਦੀ ਸੋਝੀ ਨਹੀਂ ਹੈ, ਕਿਸੇ ਦੀ ਜਾਣਕਾਰੀ ਨਹੀਂ ਹੈ, ਖੁਦ ਜੀਵ ਦੀ ਆਪਣੀ ਹੈ। ਜਿਨ੍ਹਾਂ ਨੇ ਆਪਣੇ ਆਪ ਨੂੰ ਖੋਜਿਆ, ਉਹਨਾਂ ਨੇ ਦੱਸਿਆ ਵੀ ਭਾਈ ਤੁਸੀਂ ਵੀ ਆਪਣੀ ਖੋਜ ਆਪ ਕਰੋ, ਤੁਸੀਂ ਵੀ ਆਪਣੇ ਆਪ ਨੂੰ ਸੁਧਾਰੋ, ਤੁਸੀਂ ਵੀ ਆਪਣੇ ਆਪ ਨੂੰ ਸ਼ੁੱਧ ਕਰੋ। ਜਬ ਹਮ ਏਕੋ ਏਕ ਕਰ ਜਾਣੇ, ਇਹ ਮੁਸ਼ਕਲ ਆਉਂਦੀ ਹੈ। ਕਬੀਰ ਸਾਹਿਬ ਦੇ ਅੱਗੇ ਵੀ ਆਈ, ਕਹਿੰਦੇ ਜਦੋਂ ਜਬ ਹਮ, ਕਬੀਰ ਸਾਹਿਬ ਤੋਂ ਪਹਿਲਾਂ ਵੀ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਜਾਣਿਆ ਸੀ। ਧਰੂ ਜੀ ਸਨ, ਪ੍ਰਹਿਲਾਦ ਜੀ ਸਨ, ਹੋਰ ਗੁਰਮੁਖ ਜਿਨ੍ਹਾਂ ਦੇ ਨਾਮ ਨਹੀਂ ਸੰਸਾਰ 'ਚ ਪ੍ਰਚਲਿਤ ਹੋਏ। ਉਹਨਾਂ ਨੇ ਵੀ ਆਪਣੇ ਆਪ ਨੂੰ ਜਾਣਿਆ ਸੀ, ਇਸੇ ਕਰਕੇ ਹਮ ਸ਼ਬਦ ਵਰਤਦੇ। ਤੇ 10ਵੇਂ ਪਾਤਸ਼ਾਹ ਵੀ ਕਹਿੰਦੇ ਹਮਰੀ ਕਰੋ ਹਾਥ ਦੇ ਰੱਛਾ, ਵੀ ਜਿਵੇਂ ਉਹਨਾਂ ਨੂੰ ਹੁਕਮ ਨੇ ਸੰਭਾਲਿਆ, ਉਹਨਾਂ ਕੋਲ ਹੁਕਮ ਦੀ ਸੋਝੀ ਸੀ, ਤੇ ਮੇਰੇ ਕੋਲ ਵੀ ਉਹੀ ਹੈ। ਪੂਰਨ ਹੋਏ ਚਿੱਤ ਕੀ ਇੱਛਾ, ਮੇਰੇ ਵੀ ਚਿੱਤ ਦੀ ਇੱਛਾ। ਹੁਣ ਇੱਥੇ ਮਨ ਦੀ ਇੱਛਾ ਨਹੀਂ ਲਿਖਿਆ, ਚਿੱਤ ਦੀ ਇੱਛਾ, ਕਿਉਂਕਿ ਇੱਕ ਹੋਏ ਹੋਏ ਹੈ। 10ਵੇਂ ਪਾਤਸ਼ਾਹ ਕਹਿੰਦੇ ਦਵੈ ਤੇ ਏਕ ਰੂਪ ਹੋਏ, ਦੋ ਤੋਂ ਇੱਕ ਹੋਇਆ। ਜਬ ਹਮ ਏਕੋ ਏਕ ਕਰ ਜਾਣੇ, ਕਹਿੰਦੇ ਜਦੋਂ ਅਸੀਂ ਇੱਕ ਹੋ ਕੇ ਇੱਕ ਜਾਣਿਆ ਵੀ ਇੱਕ ਹੁੰਦਾ ਕੀ ਹੈ। ਇੱਕ ਦਾ ਕਨਸੈਪਟ ਚੱਲਦਾ ਸੀ, ਕੋਈ ਕਹਿੰਦਾ ਸੀ ਇੱਕ ਆ ਹੈ, ਕੋਈ ਕਹਿੰਦਾ ਸੀ ਇੱਕ ਉਹ ਹੈ। ਅੱਜ ਵੀ ਇੱਕ ਦਾ ਪੂਰਾ ਭੇਦ ਨਹੀਂ ਖੁੱਲਿਆ ਹੋਇਆ। ਅੱਜ ਵੀ ਹਰ ਕੋਈ ਇੱਕ ਬਾਹਰ ਮੰਨਦਾ ਵੀ ਕਿਤੇ ਕੋਈ ਹੋਰ ਇੱਕ ਹੈ, ਪਰ ਗੁਰਬਾਣੀ ਨਹੀਂ ਮੰਨਦੀ। ਗੁਰਬਾਣੀ ਉਹਨੂੰ ਇਹ ਕਹਿੰਦੀ ਹੈ ਜਿਹੜਾ ਕਹਿੰਦਾ ਵੀ ਇੱਕ ਬਾਹਰ ਆ, ਉਹ ਕਹਿੰਦੇ ਤੂੰ ਹੀ ਇੱਕ ਹੈ। ਬਾਹਰ ਟੋਲ ਹੈ ਸੇ ਭਰਮ ਭੁਲਾਏ, ਫਿਰ ਤਾਂ ਤੂੰ ਭਰਮ ਚ ਹੈ। ਬਾਹਰੋਂ ਤਾਂ ਭਰਮ ਹੀ ਕੋਈ ਪੈਦਾ ਕਰੂਗਾ। ਜਬ ਹਮ ਏਕੋ ਏਕ ਕਰ ਜਾਣੇ ਹਾਂ, ਤਬ ਲੋਗਹਿ ਕਾਹੇ ਦੁੱਖ ਮਾਨੇ। ਇਸ ਤੋਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਜਦੋਂ ਕੋਈ ਇੱਕ ਹੁੰਦਾ ਹੈ, ਇੱਕ ਹੋ ਕੇ ਜਦੋਂ ਉਹ ਉੱਗ ਕੇ ਬੋਲਦਾ ਕੁਛ, ਉਹਦੇ ਮੁਖੋਂ ਨਿਕਲੇ ਹੋਏ ਬੋਲ, ਨਿਕਲੇ ਹੋਏ ਸ਼ਬਦ, ਨਿਕਲੇ ਹੋਏ ਅੱਖਰ, ਅੱਖਰਾਂ ਦੇ ਵਿੱਚ ਦਿੱਤਾ ਗਿਆਨ ਸੁਣਨ ਵਾਲਿਆਂ ਨੂੰ ਤਕਲੀਫ ਦਿੰਦਾ ਹੈ, ਕਿਉਂਕਿ ਇਹ ਵਿਸ਼ਾ ਧਰਮ ਦਾ ਹੈ। ਉਹ ਧਰਮ ਹੀ ਬੰਦਿਆਂ ਨਾਲ ਜਾ ਕੇ ਵਿਚਾਰ ਗੋਸ਼ਟ ਕਰਦਾ, ਆਮ ਲੋਕਾਂ ਨਾਲ ਨਹੀਂ ਕਰਦਾ, ਕਿਉਂਕਿ ਧਰਮ ਦੇ ਲੋਕ ਹੀ ਇੱਕ ਦੀ ਗੱਲ ਕਰਦੇ। ਸੰਸਾਰੀ ਲੋਕਾਂ ਦਾ ਕੰਮਾਂ ਦਾ ਫਿਕਰ ਹੁੰਦਾ, ਪਰਿਵਾਰਾਂ ਦਾ ਫਿਕਰ ਹੁੰਦਾ, ਬਿਜ਼ਨਸ ਦਾ ਫਿਕਰ ਹੁੰਦਾ, ਸਰੀਰਾਂ ਦਾ ਫਿਕਰ ਹੁੰਦਾ।
ਇੱਕ ਧਾਰਮਿਕ ਆਗੂ ਹੀ ਹੁੰਦਾ ਜਿਹੜਾ ਇਹ ਗੱਲ ਕਹਿੰਦਾ ਵੀ ਨਾਲ ਕੁਛ ਨਹੀਂ ਜਾਣਾ ਜੀ, ਇੱਥੇ ਹੀ ਰਹਿ ਜਾਣਾ, ਇਹ ਸਰੀਰ ਵੀ ਨਾਸਵੰਤ ਹੈ, ਧੀਆਂ ਪੁੱਤਰ ਵੀ ਇੱਥੇ ਹੀ ਰਹਿ ਜਾਂਦੇ ਆ, ਇਹ ਵੀ ਕਹਾਣੀ ਕਿਸੇ ਨੇ ਜਾਣ। ਧਾਰਮਿਕ ਲੋਕ ਹੀ ਇਹ ਪ੍ਰਚਾਰ ਕਰਦੇ, ਪਰ ਉਹਨਾਂ ਧਾਰਮਿਕ ਲੋਕਾਂ ਨੂੰ ਹੀ ਜਾ ਕੇ ਫਿਰ ਭਗਤ ਸਾਹਿਬਾਨਾਂ ਨੇ ਆਖਿਆ ਵੀ ਤੁਸੀਂ ਜਦੋਂ ਇਹ ਗੱਲਾਂ ਆਖਦੇ ਹੋ ਫਿਰ ਤੁਸੀਂ ਕਿਉਂ ਇਸ ਚੀਜ਼ 'ਚ ਆਪ ਫਸਦੇ ਹੋ, ਫਿਰ ਤੁਸੀਂ ਛੱਡਦੇ ਵੀ ਨਹੀਂ, ਸਿਰਫ ਵਰਤਣ ਤੱਕ ਹੀ ਸੀਮਤ ਕਿਉਂ ਨਹੀਂ, ਕਿਉਂ ਤੁਸੀਂ ਇਹਦੇ ਨਾਲ ਜੁੜਦੇ ਹੋ, ਕਿਉਂ ਲੋਭ ਕਰਦੇ ਹੋ। ਫਿਰ ਜਦੋਂ ਉਹਨਾਂ ਨੂੰ ਸਹੀ ਜਾਣਕਾਰੀ ਦਿੰਦਾ ਹੈ ਭਗਤ ਵੀ ਭਾਈ ਆਪਾਂ ਨੇ ਇੱਕ ਹੋਣਾ, ਇੱਥੇ ਸੰਸਾਰ ਦੇ ਅੰਦਰ ਕੋਈ ਗੁਰੂ ਨਹੀਂ ਹੈ, ਇੱਥੇ ਸਾਰੀ ਗੁਰ ਨੇ, ਗੁਰ ਚੇਲੇ ਕੀ ਸੰਧ ਮਿਲਾਈ, ਚੇਲਾ ਹੈ ਮਨ, ਗੁਰ ਹੈ ਸਾਡੇ ਕੋਲ ਸਾਡਾ ਮੂਲ, ਜਿੱਥੋਂ ਸਾਨੂੰ ਸੋਝੀ ਆਉਂਦੀ ਹੈ, ਇਸੇ ਕਰਕੇ ਇਹਨੂੰ ਗੁਰਬਾਣੀ ਆਖਿਆ, ਗੁਰੂ ਬਾਣੀ ਨਹੀਂ ਆਖਿਆ, ਗੁਰਬਾਣੀ। ਅਸੀਂ ਸਾਰੇ ਇੱਕੋ ਜਿਹੇ ਹਾਂ, ਸਿਰਫ ਜੋਤ 'ਚ ਮਾੜਾ ਮੋਟਾ ਫਰਕ ਹੁੰਦਾ, ਕਿਸੇ ਕੋਲ ਗਿਆਨ ਘੱਟ ਹੈ, ਕਿਸੇ ਕੋਲ ਵੱਧ ਹੈ, ਜਿਹਦੇ ਕੋਲ ਘੱਟ ਹੈ ਤੋਂ ਵੱਧ ਵਾਲੇ ਤੋਂ ਲੈ ਸਕਦਾ ਹੈ, ਉਹ ਵੀ ਉਹਨੇ ਆਪਣਾ ਹੀ ਗਿਆਨ ਲੈਣਾ ਹੈ, ਉਹ ਤੋਂ ਕੋਈ ਗਿਆਨ ਹੋਰ ਨਹੀਂ ਲੈਣਾ, ਆਪਣੇ ਬਾਰੇ ਹੀ ਜਾਣਨਾ ਸੀ। ਜਿਵੇਂ ਅਸੀਂ ਸੰਸਾਰੀ ਤੌਰ ਤੋਂ ਡਾਕਟਰ ਤੋਂ ਆਪਣੇ ਸਰੀਰ ਦੀ ਵਾਸਤੇ ਦਵਾਈ ਲੈਂਦੇ ਹਾਂ, ਉਹ ਸਾਨੂੰ ਸਾਡੇ ਸਰੀਰ ਨੂੰ ਚੈੱਕ ਕਰਕੇ ਦਵਾਈ ਦਿੰਦਾ ਹੈ। ਇਸੇ ਤਰ੍ਹਾਂ ਗੁਰਮੁਖ ਹੈ, ਸਾਡੀ ਆਤਮਾ ਨੂੰ ਚੈੱਕ ਕਰਦਾ, ਚੈੱਕ ਕਰਕੇ ਉਹ ਜੀ ਦਵਾਈ ਦਿੰਦਾ ਹੈ, ਉਨਾ ਹੀ ਗਿਆਨ ਦਿੰਦਾ। ਉਹੀ ਗਿਆਨ ਅਸੀਂ ਥੋੜਾ ਥੋੜਾ ਕਰਕੇ ਲਈ ਜਾਂਦੇ ਹਾਂ। ਰੰਗ ਲਾਗਤ 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 ਹੈ, ਜਮ ਭਾਗਤ 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 ਹੈ, ਭਰਮ ਦੂਰ ਹੋਈ ਜਾਂਦਾ, ਗਿਆਨ ਆਈ ਜਾਂਦਾ। ਇੱਕ ਦਿਨ ਐਸਾ ਆ ਜਾਂਦਾ ਕਿ ਤਿੱਥੈ ਗਿਆਨ ਖੰਡ ਮੈਂ, ਗਿਆਨ ਪ੍ਰਚੰਡ ਹੋ ਜਾਂਦਾ, ਭਰਮ ਸੜ ਜਾਂਦਾ ਹੈ। जब हम एको एक कर जाने तब लोग काहे दुख माने। कबीर साहब कहते भी तुसी क्यों तकलीफ मनी, मैं तो तुहाडे भले वास्ते ही कहना। फरीदा बुरे दा भला कर, कहता भी मैं तो तुहाडा भला करदा, भी जिहड़ा कुछ तुसी इकट्ठा कीता है बुरा कीता होया, चंगी वस्तु नहीं तुसी लई। बन भार उचायन छट्टी है, तुझ तो भार बन लिया। ये भार ने थोनू डुबो देना, डूबे सिर जिन भार हरूए हरूए तिर गए। तरदे ओही ने जेड़े हौले हुंदे, तुसीं तां भार ही बहुत बन्नी बैठे। तुसीं धार्मिक हो, तुसीं तां एडे पसारे च फस गए, आ भी साडा है, ओ भी साडा है। जद कि तुसी ये गल कहने हो भी सारा कुछ परमेश्वर दा, फिर तुसी क्यों कहने हो साडा, फिर तुसी दावेदार क्यों बनते हो, फिर तुसी ये क्यों नहीं कहते भी ये भी सारा परमेश्वर दा, भाई तुसी भी गुण गाओ बैठ के, ये साडा नहीं है, ये परमेश्वर दा है। पर इस तरह तो अज तक कोई कहता नहीं। अज दे जिहड़े संसारी धार्मिक ने ਉਹ ਸਟੇਜਾਂ ਤੇ ਜ਼ਰੂਰ ਕਹਿੰਦੇ ਆ, ਪਰ ਵਾਸਤਵ ਦੇ ਵਿੱਚ ਨਹੀਂ ਹੈ, ਪ੍ਰੈਕਟੀਕਲੀ ਨਹੀਂ ਹੈ। ਪ੍ਰੈਕਟੀਕਲੀ ਤਾਂ ਦਾਅਵੇਦਾਰ ਨੇ ਵੀ ਇਹ ਸਾਡਾ ਹੈ, ਸਟੇਜਾਂ ਤੇ ਇਹ ਸੰਗਤ ਹੈ ਜੀ। ਜਦ ਕਿ ਇਹ ਵੀ ਗੱਲ ਕਹਿਣੀ ਠੀਕ ਨਹੀਂ ਹੈ ਸੰਗਤ ਦਾ, ਇਹ ਪਰਮੇਸ਼ਰ ਦਾ ਹੈ। सारी रचना उन्हें रची हुई है, कुछ समय वास्ते आपां इत्थे रहना, जिथे जिथे वो रखदा उत्थे रही चलो, काहदा वाद विवाद।
वाद विवाद काहू स्यो न कीजै, रसना राम रसायन पीजै। गल तो आ सी। ये तो गल ही खत्म हो गई। यही गल्लां कबीर साहब जी ने उस वेले धार्मिक आगुआं नूं आखियां। उन्होंने दुख मनाया कि ये बड़ा ज्ञानी आ गया। हुण ये भी तो पहला इत्थे साडे नाल ही रहिंदा सी, हुण पता नहीं कित्थों सिख गया नवां ही ज्ञान। ये खरड़ ज्ञान है जी। ये कुत्ते वांगू भौंकदा है। इहदा दिमाग हिल गया। जिन्ना चਿਰ ਅਸੀਂ रोटी पानी ਦਿੰਦੇ रहे उन्ना ਚਿਰ ठीक सी, हुण नहीं मिलिया, हुण सातों भी उल्ट हो गया। क्योंकि जिस वेले कबीर साहब के हिरदे चों तुरकी बाणी प्रगट हुंदी है, संसारी तौर पर उन्हां दी उम्र 80-85 साल दी, वो आप ही अपनी गुरबाणी च लिखते हैं, मरती बार मग हर उठदा है। अखीरले समा सी मेरे कोल, ਜਦੋਂ मैं मग हर गया, पहले दर्शन मग हर पाए। पहला मैनू सोझी उत्थों होई, दर्शन उत्थे होया, जद कि वो रहिंदा काशी दे विच, रहिंदा रामानंद जी कोल है। जे रामानंद जी तो उन्होंने सोझी आई हुंदी तां कबीर साहब ये कहंदे भी मैनू रामानंद तो सोझी आई। सो दुख मनाउंदे है संसारी धार्मिक लोग, क्योंकि उन्हां दे हौमे नूं सੱਟ ਵੱਜਦੀ है भी ये तो साडा सारा कुछ ही रद्द करदे है, जद कि उन्हां नूं अंदरों पता हुंदा है भी ये वस्तु साडे कोल है नहीं, असीं तां लोकां च भल बनाई हुई है। भी जे हुण लोकां नूं सही दसदे आ तां भी फसदे हैं, जे नहीं दसदे तां फिर गांह जिहड़ा होना तां होना ही। पता उन्हां नूं ये भी हुंदा भी गांह भी कुछ है, पर इत्थे जे इन्नी हौमे च फस जांदे है, इत्थे लोग इहो जे नां दे दिंदे है, इहो जे तखल्लस नाल ला लैंदे है। जे को नाउ धराए वड्डा, ਵੱਡੇ ਵੱਡੇ नाउ धरे जांदे, साध करे मन भाणे, मन भाउंदे हुक्म करदे आ। फिर खसमे नदरी कीड़ा वै, परमेश्वर दी नज़र दे विच ओह कीड़ा जे ते चुगै दाणे। वो कहते बस तू दाने चुगण जो गई है, इत्थे संसार च ही रह। तां ही असीं कहने भी दाना पानी चुगण आए हैं। ये तो एक गुरमुख ही है जिहड़ा कहंदा मैं तो नाम लैना है, मैं तो इत्थों छुटना है, मैं तो इत्थों निकलना है, मैं नहीं इत्थे रहना है, मेरा नहीं ये देश, मेरे लिए तो जेल है। जिहड़ा बंदा जेल च कैदी हुंदा है, उहनूं किते शांति हुंदी है। वो किते जेल दे विच अपने घर बनाउंदा, महल बनाउंदा, डेरे बनाउंदा, वो नहीं बनाउंदा। डड्डा डेरा ये नहीं जह डेरा तजा, वह डेरा कै संजमो नानक शरण। वो कहना मेरा नहीं है। इसे करके भगतां दे संसारियां दा जोड़ नहीं होंदा। वो कहंदे तां पागल है। गुरु नानक साहब नूं भी कहा, अज भावें गुरु नानक साहब दे नां नूं जिन्ने मर्जी तखल्लस लाई चलो, गुरु नानक साहब नूं कोई फर्क नहीं पैंदा, ना उन्हां दी खुशी है इस गल च। क्योंकि जिस वेले वो शरीर करके इस संसार विच विचरदे सी, उदों तो इस संसार का विरोध करते सी। उदों तो उन्हां नूं लोग ये कहंदे सी भी ये पागल है, इहनूं भूत चिंबड़िया होया, ये ताल तो खुंज गया, बेताल एवें बोली जांदा, ऐ किवें हो जांदा। पहला एडे एडे ऋषि हो गए, मुनि हो गए, वो एवें सी। जिवें हुण भी कोई सच की गल करू कहणगे पहला एडे एडे बाबे हो गए, महापुरख हो गए जी, संत हो गए, वो एवें झूठ ही बोलते सी। ये चलता रहिंदा है। तब लोग कह काहे दुख माने, दुख मन दे हम अब तय अपनी पत खोई, हमरे खोज परो मत कोई। कबीर साहब कहते भी ठीक है भाई, जे साडी इज्जत नहीं
ਤਾਂ ਫਿਰ ਤਾਂ ਵੀ ਕੋਈ ਗੱਲ ਨਹੀਂ। ਹਮ ਅਪ ਤੈ ਆਪਣੀ ਪਤ ਕੋਈ, ਅਸੀਂ ਆਪਣੀ ਇੱਜ਼ਤ ਗਵਾਈ ਹੈ, ਤੁਹਾਡੀ ਤਾਂ ਨਹੀਂ ਗਵਾਈ। ਤੁਸੀਂ ਸਾਡੀ ਇੱਜ਼ਤ ਨਹੀਂ ਕਰਦੇ ਤਾਂ ਵੀ ਕੋਈ ਚੱਕਰ ਨਹੀਂ ਹੈ। ਅਸੀਂ ਕਿਹੜਾ ਕੋਈ ਤੁਹਾਡੇ ਤੇ ਰੋਸ ਕਰਦੇ ਹਾਂ ਵੀ ਤੁਸੀਂ ਸਾਡੀ ਇੱਜ਼ਤ ਕਿਉਂ ਨਹੀਂ ਕਰਦੇ, ਸਾਨੂੰ ਮੱਥੇ ਕਿਉਂ ਨਹੀਂ ਟੇਕਦੇ, ਜਾਂ ਸਾਨੂੰ ਆਹ ਨਹੀਂ ਚੜਾਵਾ ਚੜਾਉਂਦੇ। ਸਾਡਾ ਨਹੀਂ ਇਹ ਵਿਸ਼ਾ ਹੈਗਾ, ਨਾ ਸਾਡਾ ਮੱਥਾ ਚੜਾਉਣਾ ਵਿਸ਼ਾ, ਨਾ ਸਾਡੇ ਚੜਾਵੇ ਲੈਣਾ ਵਿਸ਼ਾ। ਸਾਡੇ ਘਰੇ ਇਹ ਚੀਜ਼ ਨਹੀਂ ਹੈ, ਗੁਰਮੁਖਾਂ ਦੇ ਘਰੇ ਇਹ ਨਹੀਂ ਹੁੰਦਾ। ਗੁਰਮੁਖ ਦੇ ਹਿਰਦੇ 'ਚ ਇਹ ਸੁਗਿਆਨ ਨਹੀਂ ਹੁੰਦਾ ਵੀ ਚੜਾਵੇ ਚੜਾਉਣੇ ਜਾਂ ਮੱਥੇ ਟਿਕਾਉਣੇ। ਗੁਰਮੁਖ ਨਹੀਂ ਇਸ ਤਰ੍ਹਾਂ ਕਰ ਸਕਦਾ, ਕਿਉਂਕਿ ਗੁਰਮੁਖ ਨੂੰ ਪਤਾ ਹੈ ਕਿ ਇਹਦੇ ਅੰਦਰ ਵੀ ਤਾਂ ਉਹੀ ਜੋਤ ਹੈ, ਇਹਨੂੰ ਮੈਂ ਕਿਵੇਂ ਝੁਕਾਵਾਂ। ਉਹ ਤਾਂ ਗਲ ਮਿਲਦੇ ਆ, ਉਹ ਤਾਂ ਜੱਫੀ ਪਾ ਕੇ ਮਿਲਦੇ ਆ, ਗਲਵੱਕੜੀ ਪਾਉਂਦੇ ਆ, ਸਿਰ ਨਹੀਂ ਝੁਕਾਉਂਦੇ। ਗੁਰਬਾਣੀ 'ਚ ਕਈ ਵਚਨ ਨੇ ਜਿੱਥੋਂ ਭੁਲੇਖਾ ਖਾਂਦਾ ਹੈ। ਜਿਵੇਂ ਇੱਕ ਵਚਨ ਆਉਂਦਾ ਗੁਰਬਾਣੀ 'ਚ, ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀ। ਹੁਣ ਉੱਥੋਂ ਭੁਲੇਖਾ ਪਾਏ ਤੋਂ ਇਹ ਬਣਾ ਲਿਆ ਵੀ ਪੈਰ। ਜੋ ਦਿਸੈ ਗੁਰ ਸਿੱਖੜਾ, ਕਹਿੰਦੇ ਜਿਹੜਾ ਕੁਛ ਤੈਨੂੰ ਦਿਸਦਾ ਨਾ, ਜੇ ਉਹਦੇ ਵਿੱਚੋਂ ਤੈਨੂੰ ਕੋਈ ਗਿਆਨ ਦੀ ਸਿੱਖਿਆ ਦਿੰਦਾ, ਕਿਤੋਂ ਵੀ ਗਿਆਨ ਤੈਨੂੰ ਮਿਲਦਾ, ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ। ਲੈਣਾ ਗਿਆਨ ਕੀ ਨੇ? ਮਨ ਨੇ, ਬੁੱਧੀ ਨੇ, ਤੇ ਮਨ ਨੇ ਨਿਵ ਨਿਵ ਕੇ ਉਹਦੇ ਪਾਏ ਲੱਗਣ। ਫਿਰ ਇੱਥੇ ਦਾ ਸਰੀਰ ਮੱਥਾ ਟੇਕਦਾ ਹੈ। ਮਨ ਨੂੰ ਝੁਕਾਓ। ਫਿਰ ਨਿਵ ਨਿਵ ਲਾਗੋਂ ਪਾਏ ਜੀ, ਉਹ ਜਿਹੜਾ ਉਹਨੇ ਮਾਰਗ ਦੱਸਿਆ ਨਾ, ਰਸਤਾ ਦੱਸਿਆ, ਸਿੱਖਿਆ ਦਿੱਤੀ ਹੈ, ਉਹਨੂੰ ਨਿਭ ਕੇ ਸਵੀਕਾਰ ਕਰ। ਉਸ ਸਿੱਖਿਆ ਨੂੰ ਲੈ ਕੇ ਆਪਣੇ ਅੰਦਰ ਵਿਚਾਰ ਕਰ। ਐਸੇ ਤਰੀਕੇ ਨਾਲ ਵਿਚਾਰ ਨਾ ਕਰ ਨਹੀਂ ਕਿ ਨਿਵੇ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਲ ਗਏ। ਅਪਰਾਧੀ ਨਾ ਬਣ ਜੀ, ਨਿਭਦਾ ਉਹ ਵੀ ਹੈ, ਉਹ ਅਪਰਾਧ ਕਰਨ ਵਾਸਤੇ ਨਿਭ ਜਾਂਦਾ ਹੈ, ਪਰ ਤੂੰ ਨਿਭਣਾ ਆਪਣੇ ਆਪੇ ਨੂੰ ਸਵਾਰਨ ਵਾਸਤੇ। ਜਿੰਨਾ ਸੁਗਿਆਨ ਹਿਰਦੇ ਚ ਆਉਂਦਾ ਹੈ, ਉਨਾ ਹੀ ਮਨ ਹੌਲਾ ਹੁੰਦਾ ਚਲੇ ਜਾਂਦਾ। ਜਿੰਨਾ ਹੀ ਗਿਆਨ ਮਾਇਆ ਦਾ ਹਿਰਦੇ ਚ ਆਉਂਦਾ ਹੈ, ਉਨਾ ਹੀ ਮਨ ਡੁੱਬਦਾ ਚਲੇ ਜਾਂਦਾ ਹੈ। ਇੱਕ ਗਿਆਨ ਐਸਾ ਜਿਹੜਾ ਤਾਰ ਦਿੰਦਾ ਹੈ, ਇੱਕ ਗਿਆਨ ਐਸਾ ਜਿਹੜਾ ਡੁਬੋ ਦਿੰਦਾ ਹੈ। ਇੱਕ ਗਿਆਨ ਲਿਆ ਕਿ ਇਹ ਗੋਲੀ ਦੇ ਨਾਲ ਬੰਦਾ ਮਰ ਜਾਂਦਾ ਹੈ, ਇੱਕ ਗਿਆਨ ਲਿਆ ਕਿ ਮਰੇ ਹੋਏ ਜਿਹਦੇ ਗੋਲੀ ਵੱਜ ਗਈ ਉਹਨੂੰ ਬਚਾਉਣਾ ਕਿਵੇਂ ਹੈ। ਤਾਂ ਦੋਨੇ ਗਿਆਨ, ਉਹਨੇ ਮਾਰਨ ਦਾ ਲਿਆ, ਉਹਨੇ ਬਚਾਉਣ ਦਾ ਲਿਆ। ਮਾਰਨ ਵਾਲਿਆਂ ਨੂੰ ਸੰਸਾਰ 'ਚ ਲੋਕ ਬੁਰਾ ਮੰਨਦੇ ਆ, ਬਚਾਉਣ ਵਾਲਿਆਂ ਨੂੰ ਚੰਗਾ ਮੰਨਦੇ ਆ। ਗਿਆਨ ਤਾਂ ਦੋਨਾਂ ਕੋਲ ਹੀ ਹੈ। ਹਮ ਅਪ ਤੈ ਆਪਣੀ ਪਤ ਖੋਈ, ਕਹਿੰਦੇ ਵੀ ਠੀਕ ਹੈ ਭਾਈ, ਸਾਡੀ ਨਹੀਂ ਇੱਜ਼ਤ ਤਾਂ ਵੀ ਕੋਈ ਗੱਲ ਨਹੀਂ। ਤੁਸੀਂ ਇੱਜ਼ਤ ਕਿਹਦੀ ਕਰਦੇ ਹੋ ਤੇ ਨਿੰਦਿਆ ਕਿਹਦੀ ਕਰਦੇ ਹੋ? ਬਾਹਰ ਜਿਹੜਾ ਸਰੀਰ ਦੀ ਇਹਦੀ ਹੀ ਕਰਦੇ। ਇਹ ਤਾਂ ਇੱਕ ਦਿਨ ਸਾਡਾ ਵੀ ਨਹੀਂ ਰਹਿਣਾ, ਤੁਹਾਡਾ ਵੀ ਨਹੀਂ ਰਹਿਣਾ। ਤੁਸੀਂ ਭਾਵੇਂ ਇਹਨੂੰ ਮੱਥੇ ਟਕਵਾਈ ਚੱਲੋ, ਡੰਡੌਤਾਂ ਕਰਵਾਈ ਚੱਲੋ, ਰਹਿਣਾ ਇਹਨੇ ਵੀ ਨਹੀਂ। ਸਾਡੇ ਭਾਵੇਂ ਤੁਸੀਂ ਛਿੱਤਰ ਮਾਰੀ ਚੱਲੋ, ਰਹਿਣਾ ਇਹਨੇ ਵੀ ਨਹੀਂ। ਇਹ ਸਭ ਦਾ ਹੀ ਜਾਣਾ ਹੈ, ਪਰ ਜਿਹਦਾ ਸਰੀਰ ਹੈ ਜਵਾਬ ਦੇ ਉਹਨੇ ਹੋਣਾ। ਉੱਥੇ ਫਿਰ ਦੇਖਾਂਗੇ ਕਚਹਿਰੀ 'ਚ, ਨਾਨਕ ਸੱਚੇ ਦੀਵਾਨ ਮੈਂ ਪੱਲਾ ਪਕੜੇ ਨਾ ਕੋਈ। ਫਿਰ ਪਤਾ ਲੱਗੂ ਵੀ ਉੱਥੇ ਪੱਲਾ ਤੁਹਾਡਾ ਕਿਸੇ ਨੇ ਨਹੀਂ ਫੜਨਾ, ਕਿਉਂਕਿ ਪੱਲਾ ਫੜਨ ਵਾਲਾ ਤਾਂ ਉੱਥੇ ਹੋਣਾ ਹੀ ਨਹੀਂ। ਤੁਸੀਂ ਖੁਦ ਹੋ, ਦੂਜਾ ਤਾਂ ਕੋਈ ਹੈ ਹੀ ਨਹੀਂ ਵਿੱਚ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਤੈਨੂੰ ਜਵਾਬ ਦੇਣਾ ਪੈਣਾ ਉੱਥੇ। ਉੱਥੇ ਤੂੰ ਡਿੱਕੀ ਚਲੇ ਵੀ ਫਲਾਨਾ ਆਊਗਾ ਜੀ ਮੈਨੂੰ ਬਚਾਊਗਾ, ਉੱਥੇ ਕਿਸੇ ਨੇ ਨਹੀਂ ਆਉਣਾ। ਵਿੱਚ ਨਾ ਕੋਈ ਕਰ ਸਕਾ ਕਿ ਸੈਰੋ ਵੈਰੋ, ਤੂੰ ਇਕੱਲਾ ਹੀ। ਜਾਂ ਇਹ ਪੁਰਖ ਹੋਣਗੇ ਜਿਹੜੇ ਪੂਰਨ ਹੈ,
ਇਹ ਉੱਥੇ ਸਮਝਾਉਣਗੇ ਵੀ ਤੈਨੂੰ ਬਹੁਤ ਸਮਝਾਇਆ ਸੀ, ਤੂੰ ਮੰਨਿਆ ਨਹੀਂ। ਜੇ ਤੂੰ ਸਾਡੀ ਗੱਲ ਮੰਨਦਾ, ਇਹ ਮੇਰੇ ਮਨਾ ਅੱਜ ਤੇਰੇ ਕੋਲ ਸਮਾਂ, ਗੁਰਬਾਣੀ ਤੇਰੇ ਕੋਲ ਹੈ, ਤੂੰ ਗੁਰਬਾਣੀ ਦੀ ਗੱਲ ਮੰਨ ਲੈ। ਤੈਨੂੰ ਮੰਨਣ ਵਾਸਤੇ ਅਸੀਂ ਕਿਹਾ ਸੀ, ਤੂੰ ਮੰਨੀ ਤਾਂ ਹੈ ਨਹੀਂ। ਹੁਕਮ ਮੰਨਿਆ, ਜੇ ਤੂੰ ਮੰਨ ਲੈਂਦਾ, ਹੋਵੇ ਪ੍ਰਵਾਨ, ਅਸੀਂ ਤੈਨੂੰ ਪ੍ਰਵਾਨ ਕਰਵਾਉਂਦੇ। ਤੂੰ ਖਸਮੇ ਕਾ ਮਹਿਲ ਪਾਈ ਸੀ, ਤੈਨੂੰ ਮਹਿਲ ਮਿਲੀ ਜਾਣਾ ਸੀ, ਤੇਰਾ ਹੀ ਮਹਿਲ ਹੈ। ਹਮਰੇ ਖੋਜ ਪਰੋ ਮਤ ਕੋਈ, ਕਹਿੰਦੇ ਠੀਕ ਹੈ ਭਾਈ, ਜੇ ਤੁਹਾਡੀ ਮਰਜ਼ੀ ਹੈ। ਜਿਹੜਾ ਕੁਝ ਅਸੀਂ ਖੋਜਿਆ, ਜੋ ਸੁਗਿਆਨ ਅਸੀਂ ਤੁਹਾਨੂੰ ਖੋਜ ਕੇ ਦਿੱਤਾ, ਉਸ ਰਸਤੇ ਨਾ ਚੱਲੋ। ਸਾਡਾ ਕੋਈ ਤੁਹਾਡੇ ਤੇ ਜ਼ੋਰ ਥੋੜਾ ਵੀ ਤੁਸੀਂ ਐਂ ਹੀ ਕਰੋ। ਸਾਡਾ ਫਰਜ਼ ਸੀ, ਅਸੀਂ ਦੱਸਤਾ। ਕਰ ਲਓਗੇ ਤਾਂ ਵੀ ਤੁਹਾਨੂੰ ਪਤਾ ਲੱਗੂਗਾ, ਨਹੀਂ ਕਰੋਗੇ ਤਾਂ ਵੀ ਤੁਹਾਨੂੰ ਪਤਾ ਲੱਗੂਗਾ। ਇਹ ਹੁਣ ਤੁਹਾਡੀ ਵਾਰੀ ਹੈ। ਹਮਰੇ ਖੋਜ ਪਰੋ ਮਤ ਕੋਈ, ਕਿਉਂਕਿ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਕੱਲ ਨੂੰ ਤੁਸੀਂ ਕਹਿ ਦੋ ਵੀ ਤੁਸੀਂ ਕਿਹਾ ਸੀਗਾ ਜੀ, ਵੀ ਅਸੀਂ ਤੁਹਾਡੇ ਕਹੇ ਤੇ ਕਰਿਆ, ਸਾਡੇ ਨਾਲ ਆਏ ਤਾਂ ਹੋਇਆ ਨਹੀਂ। ਉਹ ਕਹਿੰਦੇ ਵੀ ਤੁਸੀਂ ਪਹਿਲਾਂ ਆਪ ਆਪਣੇ ਆਪ ਨੂੰ ਵਿਚਾਰਿਓ। ਜੇ ਤੁਸੀਂ ਸਾਡੇ ਵਾਲੀ ਗੱਲ ਮੰਨੋਗੇ, ਗੁਰਬਾਣੀ ਇਹ ਗੱਲ ਕਹਿੰਦੀ ਹੈ ਵੀ ਜੇ ਤੂੰ ਮੇਰੀ ਗੱਲ ਮੰਨੇਗਾ, ਜੋ ਕੁਛ ਮੈਂ ਤੈਨੂੰ ਕਿਹਾ ਜੇ ਨਾ ਹੋਇਆ ਤਾਂ ਫਿਰ ਤੂੰ ਮੇਰੇ ਤੇ ਦੋਸ਼ ਦੇ ਸਕਦਾ ਹੈ। ਪਰ ਜੇ ਤੂੰ ਕਹੇ ਵੀ ਮੈਂ ਗੁਰਬਾਣੀ ਪੜ੍ਹੀ ਜਾਊਂਗਾ, ਇਹਦਾ ਸਤਿਕਾਰ ਕਰੀ ਜਾਊਂਗਾ, ਫਿਰ ਨਹੀਂ ਅਸੀਂ ਗਰੰਟੀ ਲੈਂਦੇ। ਹਾਂ, ਸਾਡੀ ਗਰੰਟੀ ਤਾਂ ਹੈ ਜੇ ਤੂੰ ਸਾਡੀ ਗੱਲ ਮੰਨੇ। ਗੁਰ ਪੀਰ ਹਮਾ ਤਾਂ ਪਰ ਹੈ, ਉਹ ਗਿਆਨ ਸਾਡੇ ਅੰਦਰੋਂ ਪੀਰਾ ਤਾਂ ਖਤਮ ਕਰ ਸਕਦਾ ਹੈ, ਜਾਂ ਮੁਰਦਾਰ ਨਾ ਖਾਏ, ਜੇ ਅਸੀਂ ਝੂਠ ਛੱਡ ਦਈਏ। ਝੂਠ ਕੀ ਹੈ? ਸਾਰਾ ਸੰਸਾਰ ਛੱਡੋ, ਤਾਂ ਜਾ ਕੇ ਗੱਲ ਬਣਨੀ ਹੈ। ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋਰੀ। ਛੋੜ ਛੋੜ ਰੇ ਵਿਖਿਆ ਕੇ ਰਸੂਆ, ਛੱਡ। ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਮੋਹ, ਤਿਆਗਨਾ ਤਿਆਗ, ਛੱਡ। ਇਹ ਮੇਰੇ ਮਨਾ ਵੇਖ, ਹਮਰੇ ਖੋਜ ਪਰੋ ਮਤ ਕੋ, ਤੁਹਾਡੀ ਮਰਜ਼ੀ ਹੈ। ਕਹਿੰਦੇ ਹਮ ਮੰਦੇ ਮਨ ਮਾਏ, ਠੀਕ ਹੈ ਭਾਈ, ਅਸੀਂ ਮੰਦੇ ਹੀ ਠੀਕ ਹਾਂ। ਇਹ ਤਾਂ ਉਦੋਂ ਪਤਾ ਲੱਗੂ ਨਾ। ਸਾਂਝ ਪਤ ਕਾਹੂ ਸਿਉ ਨਹੀਂ, ਇਹ ਗੱਲ ਠੀਕ ਹੈ ਵੀ ਸਾਡੀ ਇੱਥੇ ਕਿਸੇ ਨਾਲ ਸਾਂਝ ਪਤ ਨਹੀਂ। ਠੀਕ ਹੈ, ਅਸੀਂ ਤੁਹਾਨੂੰ ਗੱਲ ਦੱਸਦੀ ਹੈ, ਤੁਸੀਂ ਸਾਡੀ ਮੰਨ ਲਈ ਤਾਂ ਵੀ ਸਾਨੂੰ ਕੋਈ ਰੋਸ ਨਹੀਂ। ਜੇ ਤੁਸੀਂ ਨਾ ਮੰਨੀ ਤਾਂ ਵੀ ਸਾਨੂੰ ਤੁਹਾਡੇ ਤੇ ਕੋਈ ਰੋਸ ਨਹੀਂ। ਇਹ ਨਹੀਂ ਵੀ ਜੇ ਤੁਸੀਂ ਸਾਡੀ ਗੱਲ ਮੰਨ ਲਓ ਅਸੀਂ ਬਹੁਤ ਖੁਸ਼ ਹੋਵਾਂਗੇ ਵੀ ਤੁਸੀਂ ਸਾਡੀ ਗੱਲ ਮੰਨੀ, ਵੀ ਅਸੀਂ ਤੁਹਾਡੇ ਨਾਲ ਹਾਂ, ਕੋਈ ਗੱਲ ਨਹੀਂ, ਚਲੋ ਬਈ, ਇਹ ਵੀ ਗੱਲ ਨਹੀਂ ਹੈ। ਜੇ ਤੁਸੀਂ ਸਾਡੀ ਗੱਲ ਨਹੀਂ ਮੰਨੀ ਤਾਂ ਵੀ ਰੋਸ ਨਹੀਂ, ਵੀ ਉੱਥੇ ਜਾ ਕੇ ਅਸੀਂ ਕਹਾਂ ਵੀ ਸਾਡੀ ਗੱਲ ਨਹੀਂ ਮੰਨੀ, ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਇਹ ਨਹੀਂ ਹੈ। ਕਿਉਂਕਿ ਉੱਥੇ ਤੂੰ ਇਕੱਲਾ ਹੋਏਗਾ, ਉੱਥੇ ਤਾਂ ਕੋਈ ਹੋਰ ਹੋਣਾ ਹੀ ਨਹੀਂ। ਅੱਗੇ ਹੰਸ ਅਕੇਲਾ, ਉਸ ਨੂੰ ਇਕੱਲੇ ਨੇ ਜਵਾਬ ਦੇਣਾ ਉਹਨਾਂ ਨੂੰ। ਉਹ ਵੀ ਕਿਸੇ ਨੂੰ ਜਵਾਬ ਕੀ ਦੇਣਾ, ਉਹ ਤੇ ਚਲੇ ਮਨ ਚ, ਤੂੰ ਆਪ ਹੀ, ਤੇਰੇ ਕੋਲ ਜਵਾਬ ਆਪਣਾ ਆਪ ਹੀ ਹੋਣਾ। ਸਾਂਝ ਪਤ ਕਾਹੂ ਸਿਉ ਨਾਹੀ, ਕਿਸੇ ਨਾਲ ਨਹੀਂ। ਹਾਂ, ਵਿਚਾਰਾਂ ਦਾ ਆਦਾਨ ਪ੍ਰਦਾਨ ਹੈ, ਵੀ ਜਿੰਨਾ ਚਿਰ ਹੈਗਾ। ਸਰੀਰ ਸਾਡੇ ਕੋਲ ਵੀ ਹੈ, ਕਬੀਰ ਸਾਹਿਬ ਕਹਿੰਦੇ ਤੁਹਾਡੇ ਕੋਲ ਵੀ ਨੇ, ਅੱਜ ਸਾਡੇ ਕੋਲ ਗੁਰਬਾਣੀ ਹੈ। ਗੁਰਬਾਣੀ ਸਾਨੂੰ ਆਦਾਨ ਪ੍ਰਦਾਨ ਕਰਾਉਂਦੀ ਹੈ। ਰਿਜ਼ਲਟ ਅਸੀਂ ਉਹ ਲੈਣਾ ਆਪਣਾ, ਸਾਨੂੰ ਰਿਜ਼ਲਟ ਦੂਜੇ ਨੇ ਨਹੀਂ ਦੇਣਾ, ਅਸੀਂ ਖੁਦ ਰਿਜ਼ਲਟ ਆਪ ਹੀ ਲੈਣਾ। ਜਦੋਂ ਅਸੀਂ ਗੁਰਬਾਣੀ ਦੀ ਗੱਲ ਨੂੰ ਮੰਨਾਂਗੇ ਤਾਂ ਸਾਨੂੰ ਰਿਜ਼ਲਟ ਖੁਦ ਮਿਲੂਗਾ ਹੀ ਮਿਲੂਗਾ। ਪਤ ਅਪਤ ਤਾਂ ਕੀ ਨਹੀਂ ਲਾਜ, ਕਹਿੰਦੇ ਕੋਈ ਲਾਜ ਸ਼ਰਮ ਨਹੀਂ ਹੈ ਸਾਨੂੰ, ਸਾਡੀ ਕੋਈ ਇੱਜ਼ਤ ਕਰਦਾ ਹੈ, ਸਾਡੀ ਕੋਈ ਬਦਨਾਮੀ ਕਰਦਾ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਨਿੰਦੋ ਨਿੰਦੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਕਹਿੰਦੇ ਨਿੰਦੀ ਚੱਲੋ, ਸਾਨੂੰ ਤਾਂ ਚੰਗਾ ਲੱਗਦਾ ਵੀ ਜੇ ਚਲੋ ਮਾੜੀ ਮੋਟੀ ਤੁਸੀਂ ਸਾਡੀ ਨਿੰਦਿਆ ਕਰੋਗੇ, ਸਾਨੂੰ ਪਤਾ ਤਾਂ ਲੱਗੂ ਵੀ ਇੱਥੋਂ ਇਹਨੇ ਮੇਰੇ ਤੇ ਗੱਲ ਕਹੀ ਹੈ, ਦੇਖਾਂ ਤਾਂ ਸਹੀ ਕਿਤੇ ਮੇਰੇ 'ਚ ਕਮੀ ਤਾਂ ਨਹੀਂ।
ਜੇ ਮੇਰੇ ਚੋਂ ਕਮੀ ਹੋਊਗੀ, ਮੈਨੂੰ ਕੱਢਣ ਦਾ ਮੌਕਾ ਹੈ, ਸਗੋਂ ਮੈਂ ਤਾਂ ਕੱਢ ਸਕਦਾ। ਪਰ ਸਾਡਾ ਤਾਂ ਹਿਰਦਾ ਸ਼ੁੱਧ ਹੈ, ਹਿਰਦੇ ਸ਼ੁੱਧ ਜੇ ਨਿੰਦਾ ਹੋਏ। ਕਹਿੰਦੇ ਸਾਡੇ ਤਾਂ ਅੰਦਰ ਕੋਈ ਐਸੀ ਮੈਲ ਨਹੀਂ, ਪਰ ਜੇ ਫਿਰ ਵੀ ਕਿਤੇ ਉਹ ਅਸੀਂ ਕੱਢਾਂਗੇ। ਪਰ ਅਸੀਂ ਤਾਂ ਤੁਹਾਨੂੰ ਸਹੀ ਗੱਲ ਦਿੰਦੇ ਹਾਂ, ਪਤ ਪਤ ਤਾਂ ਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੋ। ਕਹਿੰਦੇ ਫਿਰ ਤਾਂ ਭਾਈ ਤੁਹਾਨੂੰ ਉਦੋਂ ਹੀ ਪਤਾ ਲੱਗੂ। ਨਾ ਤੁਹਾਨੂੰ ਆਪਣੀ ਇੱਜ਼ਤ ਦਾ ਬਦਨਾਮੀ ਦਾ ਫਰਕ ਹੈ। ਹੁਣ ਤੁਹਾਨੂੰ ਲੱਗਦਾ ਵੀ ਲੋਕ ਸਾਡੀ ਬੜੀ ਇੱਜ਼ਤ ਕਰਦੇ ਆ। ਇਹ ਲੋਕਾਂ ਦੀ ਇੱਜ਼ਤ ਕਿੰਨੀ ਕੁ ਹੈ? ਮੈਂ ਖੁਦ ਦੇਖੀਆਂ ਨੇ ਸਭ ਗੱਲਾਂ। ਜਿੰਨਾ ਚਿਰ ਤੁਹਾਡੇ ਕੋਲ ਬੈਠੇ, ਜਦੋਂ ਉੱਠ ਕੇ ਤੁਹਾਡੇ ਕੋਲ ਬਾਹਰ ਚਲੇ ਗਏ, ਤੁਹਾਡੀ ਜਦ ਹੀ ਉਲਟ ਹੋ ਜਾਂਦੀ ਹੈ। ਈਵਨ ਕਿ ਇਹੋ ਜਿਹੀ ਵੀ ਮਨੋਸਥਿਤੀ ਹੁੰਦੀ ਹੈ, ਤੁਹਾਡੇ ਕੋਲ ਬੈਠੇ ਵੀ ਤੁਹਾਡਾ ਅੰਦਰੋਂ ਵਿਰੋਧ ਕਰੀ ਜਾਂਦੇ। ਬਾਹਰੋਂ ਕਹਿਣਗੇ ਜੀ ਤੁਸੀਂ ਤਾਂ ਬਹੁਤ ਬਸ ਤੁਹਾਡੀ ਰੱਖਣ ਦੇ ਹੋ ਜੀ, ਤੁਸੀਂ ਉਹੀ ਮਹਾਂਪੁਰਖ ਹੋ, ਤੁਹਾਡੇ ਚਰਨਾਂ 'ਚ ਹੀ ਸਾਰਾ ਸੁੱਖ ਹੈ। ਪਰ ਅੰਦਰ ਈਰਖਾ ਹੁੰਦੀ ਹੈ। ਅੱਜ ਅਸੀਂ ਗੁਰੂ ਸਾਹਿਬ ਦੇ ਅੱਗੇ ਵੀ ਤਾਂ ਖੜ ਕੇ ਹੀ ਕਹਿੰਦੇ, ਗੁਰਬਾਣੀ ਦੇ ਅੱਗੇ, ਮਹਾਰਾਜ ਤੁਹਾਡੇ ਹੀ ਰੱਖਣ ਦੇ ਆ, ਤੁਸੀਂ ਹੀ ਸਮਰੱਥ ਹੋ, ਤੁਸੀਂ ਹੀ ਸਭ ਕੁਝ ਕਰ ਸਕਦੇ ਹੋ, ਤੁਹਾਡੇ ਬਿਨਾਂ ਸਾਡਾ ਕੋਈ ਕੁਝ ਨਹੀਂ ਕਰ ਸਕਦਾ। ਪਰ ਮੱਥਾ ਟੇਕ ਕੇ ਜਦੋਂ ਬਾਹਰ ਜਾਂਦੇ ਹਾਂ, ਜਦੇ ਝੂਠ, ਨਿੰਦਿਆ, ਈਰਖਾ, ਦੁਸ਼ਮਣੀ, ਦਵੈਸ਼, ਗਾਲਾਂ ਕੱਢ, ਆਹ ਮੇਰਾ ਹੈ, ਆਹ ਫਲਾਨਾ ਖਾ ਗਿਆ, ਉਹ ਤਿਮਕਾ ਲੁੱਟ ਕੇ ਲੈ ਗਿਆ। ਕਿੱਧਰ ਨੂੰ ਜਾਂਦੀ ਹੈ ਗੱਲ? ਉੱਥੇ ਭੁੱਲ ਜਾਂਦੇ ਹਾਂ ਵੀ ਅਸੀਂ ਉੱਥੇ ਕੀ ਬੇਨਤੀ ਕਰਕੇ ਆਏ ਹਾਂ। ਕੀ ਫਾਇਦਾ ਹੋਇਆ? ਇਸ ਤੋਂ ਗੁਰੂ ਦੀ ਹੋਈ ਨਾ ਗੱਲ ਮੰਨੀ। ਮੇਰੀ ਤੇਰੀ ਤਾਂ ਚਲੋ ਮੰਨਣ ਦੀ ਲੋੜ ਹੀ ਨਹੀਂ। ਇਹ ਮੇਰੇ ਮਨਾ, ਤੂੰ ਗੁਰੂ ਦੀ ਗੱਲ ਤਾਂ ਮੰਨ ਲੈ। ਪਰ ਗੁਰੂ ਦੀ ਗੱਲ ਤਾਂ ਮੰਨੇ ਕਿਉਂਕਿ ਜੇ ਗੁਰੂ ਮੰਨੇ, ਗੁਰੂ ਤਾਂ ਮਾਇਆ 'ਚ ਬਣਾਏ ਹੋਏ ਵਾਧੂ। ਉਹਨਾਂ ਗੁਰੂਆਂ ਨੇ ਤਾਂ ਤੈਨੂੰ ਭਰਮ 'ਚ ਪਾਇਆ, ਤੇਰੇ ਅੰਦਰ ਨਫ਼ਰਤ ਪੈਦਾ ਕੀਤੀ ਹੈ, ਪ੍ਰੇਮ ਨਹੀਂ ਪੈਦਾ ਕੀਤਾ। ਤੇਰੇ ਅੰਦਰ ਸੱਚ ਨਹੀਂ ਪੈਦਾ ਕੀਤਾ, ਝੂਠ ਨਾਲ ਤੈਨੂੰ ਜੋੜੇ, ਕਿਉਂਕਿ ਉਹ ਆਪ ਜੁੜੇ ਸੀ। ਜਿਹੜਾ ਸੱਚਾ ਗੁਰੂ ਹੈ, ਪਰਮੇਸ਼ਰ ਹੈ, ਉਹ ਮਾਇਆ ਨਾਲ ਨਹੀਂ ਜੁੜਿਆ। ਉਹ ਸੱਚ ਹੈ, ਸਤ ਸਰੂਪ ਹੈ, ਉਹ ਤੈਨੂੰ ਬਾਹਰ ਕੱਢਦਾ ਇਹ 'ਚੋਂ। ਉਹ ਸੋਝੀ ਦਿੰਦਾ ਸਮੇਂ ਸਮੇਂ ਦੇ ਨਾਲ। ਤਬ ਜਾਣੋਗੇ ਜਬ ਉਗਰੋ ਪਾਜ। ਕਹਿੰਦੇ ਫਿਰ ਜਾਣੇਗਾ ਜਦੋਂ ਤੇਰਾ ਪਾਜ ਉਤਰਨਾ, ਫਿਰ ਕੀ ਕਰੇਗਾ? ਫਿਰ ਔਖਾ ਹੋਵੇਗਾ। ਕਹੋ ਕਬੀਰ ਪਤ ਹਰ ਪ੍ਰਵਾਨ। ਕਬੀਰ ਸਾਹਿਬ ਜੀ ਕਹਿੰਦੇ ਭਾਈ ਮੈਂ ਤਾਂ ਤੁਹਾਨੂੰ ਸੱਚ ਕਹਿੰਦਾ ਵੀ ਜਿਹੜੀ ਸਾਡੀ ਇੱਜ਼ਤ ਹੈ ਉਹ ਤਾਂ ਪ੍ਰਵਾਨ ਹੀ ਹੈ। ਸਾਨੂੰ ਤੁਹਾਡੀ ਇੱਜ਼ਤ ਦਾ ਬਦਨਾਮੀ ਦਾ ਨਹੀਂ ਫਰਕ। ਸਾਡੇ ਕੋਲ ਸੱਚੀ ਇੱਜ਼ਤ ਹੈ। ਸਾਨੂੰ ਤਾਂ ਹਰ ਨੇ ਪ੍ਰਵਾਨ ਕਰ ਲਿਆ, ਇਹੀ ਇੱਜ਼ਤ ਹੈ। ਮਾਇਆ 'ਚ ਤਾਂ ਕੋਈ ਇੱਜ਼ਤ ਹੀ ਨਹੀਂ ਹੁੰਦੀ। ਤੁਸੀਂ ਸੰਸਾਰ ਦੇ ਅੰਦਰ ਕੋਈ ਵੀ ਬੰਦਾ ਕਿਸੇ ਦੀ ਵੀ ਕਹੇ ਵੀ ਇਹਦੀ ਇੱਜ਼ਤ ਹੈ। ਜੇ ਅਸੀਂ ਅੱਜ ਕਹਿੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਦੀ ਸੰਸਾਰ 'ਚ ਇੱਜ਼ਤ ਹੈ, ਤੇ ਬਹੁਤ ਬੰਦੇ ਸੰਸਾਰ 'ਚ ਇਹੋ ਜਿਹੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵੀ ਉਲਟ ਬੋਲਦੇ ਆ। ਫਿਰ ਕੀ ਹੋਇਆ? ਉਹ ਕਦੇ ਨਹੀਂ ਮੰਨਦੇ। ਉਹਨਾਂ ਨੂੰ ਮਨਾ ਕੇ ਦਿਖਾਓ। ਇਸੇ ਕਰਕੇ ਉਹਨਾਂ ਨੇ ਕਿਹਾ ਸੀ ਵੀ ਇੱਥੇ ਨਾ ਇੱਜ਼ਤ ਹੈ, ਨਾ ਇੱਥੇ ਬਦਨਾਮੀ। ਸੱਚੇ ਦੀ ਦਰਗਾਹ ਵਿੱਚ ਕੀ ਕੁਝ ਹੈ, ਉਹਦੀ ਗੱਲ ਪਾਤਸ਼ਾਹ ਨੇ ਇੱਥੇ ਕੀਤੀ। ਕਹੋ ਕਬੀਰ ਪਤ ਹਰ ਪ੍ਰਵਾਨ। ਮੈਨੂੰ ਤਾਂ ਹਰ ਨੇ ਪ੍ਰਵਾਨ ਕਰ ਲਿਆ। ਸਰਬ ਤਿਆਗ ਭਜ ਕੇ ਬਦਨਾਮ। ਕਿਉਂਕਿ ਮੈਂ ਸਾਰਾ ਕੁਝ ਤਿਆਗ ਕੇ ਸਿਰਫ ਉਹਦੇ ਹੁਕਮ ਨਾਲ ਜੁੜਿਆ ਸੀ। ਜਿੰਨਾ ਚਿਰ ਸਰੀਰ ਕਰਕੇ ਰਿਹਾ, ਉਹਦੇ ਹੁਕਮ ਚ ਰਿਹਾ। ਜਿਵੇਂ ਉਹਨੇ ਚਲਾਇਆ ਚੱਲਦਾ ਗਿਆ। ਜਿੱਥੇ ਬਿਠਾਇਆ ਬੈਠ ਗਿਆ, ਜਿੱਥੇ ਜਾ ਕੇ ਬੁਲਾਇਆ ਵੀ ਆਹ ਬੋਲਦੇ ਬੋਲਤਾ। ਇਹ ਨਹੀਂ ਦੇਖਿਆ ਵੀ ਗਾਹਾਂ ਵਾਲੇ ਕੀ ਕਹਿਣਗੇ। ਉਹਨੇ ਕਹਿਤਾ ਐ ਬੋਲਦੇ, ਅਸੀਂ ਬੋਲਤਾ। ਫਿਰ ਉਹਨੇ ਕਿਹਾ ਵੀ ਇਹਨੂੰ ਲਿਖ ਦਿਓ, ਅਸੀਂ ਉਵੇਂ ਲਿਖਤਾ। ਲਿਖਿਆ ਵੀ ਉਹਦੇ ਹੁਕਮ ਚ, ਬੋਲੇ ਵੀ ਉਹਦੇ ਹੁਕਮ ਚ। ਹਾਂ ਬੁਲਾਇਆ ਬੋਲੇ ਖਸਮ ਦਾ। ਅੱਖਰੀ ਲਿਖਣ ਬੋਲਣ ਬਾਣ। ਲਿਖਿਆ ਵੀ ਉਹਦੇ ਅੱਖਰ ਚ, ਬੋਲੇ ਵੀ ਬਾਣੀ ਉਹਦੇ ਹੁਕਮ ਚ।
ਚਾਹੇ ਉਹਨੇ ਅੱਖਰਾਂ 'ਚ ਲਿਖਾਤੀ, ਚਾਹੇ ਅੱਖਰਾਂ 'ਚ ਬੁਲਾਤੀ, ਪਰ ਜੁੜੇ ਅਸੀਂ ਉਹਦੇ ਨਾਲ ਹੈ। ਭਾਵ ਕਿ ਇੱਕ ਹੋ ਕੇ ਰਹੇ, ਸੱਚ ਦੀ ਗੱਲ ਕੀਤੀ ਹੈ, ਤੁਹਾਡੇ ਭਲੇ ਵਾਸਤੇ। ਭਲਾ ਸਾਡਾ ਵੀ ਹੋਇਆ ਤਾਂ ਹੀ ਅਸੀਂ ਤੁਹਾਡਾ ਭਲਾ ਚਾਹੁੰਦੇ ਹਾਂ, ਪਾਤਸ਼ਾਹ ਕਹਿੰਦੇ। ਸੋ ਹੇ ਮੇਰੇ ਮਨਾ, ਇਹ ਸਮਾਂ ਹੁਣ ਤੇਰੇ ਕੋਲ ਵੀ ਹੈ, ਤੂੰ ਵੀ ਗੁਰਬਾਣੀ ਦੀ ਗੱਲ ਮੰਨਿਆ ਕਰ, ਥੋੜੀ ਥੋੜੀ ਮੰਨਣੀ ਸ਼ੁਰੂ ਕਰ। ਇੱਕ ਦਿਹਾੜੀ 'ਚ ਇੱਕ ਗੱਲ ਹੀ ਮੰਨਦਾ ਚੱਲ, ਹੌਲੀ ਹੌਲੀ ਸਤਿਗੁਰ ਆਪ ਹੀ ਕਿਰਪਾ ਕਰਦਾ ਹੈ, ਹੋਰ ਸੋਝੀ ਦੇਈ ਜਾਂਦਾ ਹੈ। ਇਸੇ ਤਰ੍ਹਾਂ ਮੰਨਦਾ ਆ ਸਰੀਰ ਛੱਡ ਜਾਏਗਾ ਸੱਚੇ ਦੇ ਦਰਬਾਰ ਵਿੱਚ। ਜੇ ਗੱਲ ਮੰਨੀ ਨਾ, ਫਿਰ ਸਰੀਰ ਵੀ ਛੁੱਟ ਜਾਣਾ, ਦਰਬਾਰ 'ਚ ਵੀ ਨਹੀਂ ਜਾ ਹੋਣਾ। ਫਿਰ ਪਤਾ ਨਹੀਂ ਆਤਮਾ ਨੂੰ ਕਿੱਥੇ ਜਾ ਕੇ ਕੋਈ ਸਰੀਰ ਮਿਲੇ ਜਾਂ ਨਾ ਮਿਲੇ, ਕੀ ਪਤਾ ਹੈ। ਸੋ ਪਹੀ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਵਾਰੀ ਹੈ, ਹੇ ਮੇਰੇ ਮਨਾ, ਇਸ ਵਾਰੀ ਨੂੰ ਖੁੰਝਾ ਨਾ, ਇਹ ਤੋਂ ਵੱਧ ਲਾਹਾ ਲੈ, ਤਾਂ ਕਿ ਤੇਰਾ ਜੀਵਨ ਸਫਲ ਹੋ ਸਕੇ। ਇੱਥੋਂ ਤੱਕ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ। ਅੱਗੇ ਜਿਵੇਂ ਗੁਰ ਚਾਹੇਗਾ ਉਸੇ ਤਰ੍ਹਾਂ ਹੋਵੇਗਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।